ਪਿਆਰੇ ਬੱਚਿਓ, ਅੱਜ ਅਸੀਂ ਤੁਹਾਡੀ ਪੰਜਾਬੀ ਪਾਠ ਪੁਸਤਕ ਦਾ ਪਾਠ 6 ਡਾਕ ਘਰ ਕਰਾਂਗੇ। ਇਹ ਬਹੁਤ ਹੀ ਰੋਚਕ ਪਾਠ ਹੈ ਜੋ ਕਿ ਸਾਨੂੰ ਡਾਕ ਪ੍ਰਬੰਧ ਅਰਥਾਤ ਪੋਸਟਲ ਸਿਸਟਮ ਬਾਰੇ ਸਮਝਾਉਂਦਾ ਹੈ। ਇਸ ਪਾਠ ਵਿੱਚ ਇੱਕ ਜਸਨੂਰ ਨਾਂ ਦਾ ਲੜਕਾ ਹੈ ਜੋ ਸਕੂਲ ਤੋਂ ਘਰੇ ਆਇਆ ਹੀ ਸੀ ਕਿ ਦਰਵਾਜ਼ੇ ਦੀ ਘੰਟੀ ਵੱਜੀ। ਜਸਨੂਰ ਨੇ ਦਰਵਾਜ਼ਾ ਖੋਲ੍ਹਿਆ ਤਾਂ ਅੱਗੇ ਕੀ ਦੇਖਦਾ ਹੈ ਕਿ ਅੱਗੇ ਡਾਕੀਆ ਖੜ੍ਹਾ ਸੀ। ਉਸਨੇ ਆਪਣੇ ਹੱਥ ਵਿੱਚ ਫੜੀਆਂ ਕਈ ਚਿੱਠੀਆਂ ਵਿੱਚੋਂ ਇੱਕ ਚਿੱਠੀ ਕੱਢੀ ਅਤੇ ਜਸਨੂਰ ਨੂੰ ਫੜਾ ਦਿੱਤੀ। ਸ਼ਾਮ ਨੂੰ ਜਦੋਂ ਜਸਨੂਰ ਦੇ ਪਿਤਾ ਜੀ ਘਰ ਆਏ ਤਾਂ ਜਸਨੂਰ ਨੇ ਉਹਨਾਂ ਨੂੰ ਉਹ ਚਿੱਠੀ ਦਿੱਤੀ। ਚਿੱਠੀ ਜਸਨੂਰ ਦੇ ਚਾਚਾ ਜੀ ਨੇ ਭੇਜੀ ਸੀ। ਚਿੱਠੀ ਵਿੱਚ ਲਿਖਿਆ ਸੀ ਕਿ ਚਾਚਾ ਜੀ ਅਗਲੇ ਹਫ਼ਤੇ ਉਹਨਾਂ ਦੇ ਘਰ ਆ ਰਹੇ ਹਨ। ਫਿਰ ਜਸਨੂਰ ਉਤਸੁਕਤਾ ਦੇ ਨਾਲ ਆਪਣੇ ਪਿਤਾ ਜੀ ਨੂੰ ਪੁੱਛਦਾ ਹੈ ਕਿ ਪਾਪਾ, ਚਾਚਾ ਜੀ ਤਾਂ ਸ਼ਿਮਲਾ ਰਹਿੰਦੇ ਹਨ। ਜਿਹੜੇ ਅੰਕਲ ਚਿੱਠੀ ਲੈ ਕੇ ਆਏ ਸਨ, ਕੀ ਉਹ ਸ਼ਿਮਲਾ ਤੋਂ ਆਏ ਸਨ? ਜਸਨੂਰ ਦੇ ਪਿਤਾ ਜੀ ਉਸਦੀ ਇਹ ਗੱਲ ਸੁਣ ਕੇ ਹੱਸਣ ਲੱਗ ਪਏ। ਉਹਨਾਂ ਨੇ ਜਸਨੂਰ ਨੂੰ ਦੱਸਿਆ, ਨਹੀਂ, ਉਹ ਤਾਂ ਡਾਕੀਆ ਸੀ ਅਤੇ ਉਹ ਡਾਕ ਘਰ ਤੋਂ ਆਇਆ ਸੀ। ਡਾਕੀਏ ਚਿੱਠੀਆਂ ਵੰਡਣ ਦਾ ਕੰਮ ਕਰਦੇ ਹਨ। ਫਿਰ ਜਸਨੂਰ ਨੇ ਹੈਰਾਨੀ ਨਾਲ ਪੁੱਛਿਆ, ਪਾਪਾ, ਡਾਕ ਘਰ ਕੀ ਹੁੰਦਾ ਹੈ? ਅਤੇ ਅੱਗੋਂ ਪਿਤਾ ਜੀ ਕੀ ਜਵਾਬ ਦਿੰਦੇ ਹਨ ਕਿ ਸਾਡੇ ਦੇਸ਼ ਦੇ ਹਰ ਸ਼ਹਿਰ ਅਤੇ ਹਰ ਪਿੰਡ ਵਿੱਚ ਇੱਕ ਡਾਕ ਘਰ ਹੁੰਦਾ ਹੈ। ਡਾਕ ਘਰ ਨੂੰ ਡਾਕਖਾਨਾ ਵੀ ਕਿਹਾ ਜਾਂਦਾ ਹੈ। ਅਸੀਂ ਡਾਕ ਘਰ ਤੋਂ ਪੋਸਟ ਕਾਰਡ ਅਤੇ ਲਿਫਾਫੇ ਆਦਿ ਲਿਆਉਂਦੇ ਹਾਂ। ਉਹਨਾਂ ਪੋਸਟ ਕਾਰਡਾਂ 'ਤੇ ਅਸੀਂ ਆਪਣਾ ਸੁਨੇਹਾ, ਗੱਲਾਂ, ਆਪਣਾ ਮੈਸੇਜ ਲਿਖਦੇ ਹਾਂ ਅਤੇ ਚਿੱਠੀ ਲਿਖ ਕੇ ਉਸਨੂੰ ਲਿਫਾਫੇ ਵਿੱਚ ਪਾ ਦਿੰਦੇ ਹਾਂ। ਉਸ ਉੱਪਰ ਉਸਦਾ ਪਤਾ ਲਿਖਦੇ ਹਾਂ, ਮਤਲਬ ਐਡਰੈਸ ਲਿਖਦੇ ਹਾਂ ਉਸਦਾ, ਜਿਸ ਨੂੰ ਅਸੀਂ ਚਿੱਠੀ ਭੇਜ ਰਹੇ ਹਾਂ। ਫਿਰ ਉਸ ਚਿੱਠੀ ਨੂੰ ਅਸੀਂ ਡਾਕ ਪੇਟੀ ਮਤਲਬ ਲੈਟਰ ਬਾਕਸ ਵਿੱਚ ਪਾ ਦਿੰਦੇ ਹਾਂ। ਡਾਕ ਪੇਟੀ ਨੂੰ ਅਸੀਂ ਲੈਟਰ ਬਾਕਸ ਵੀ ਕਹਿੰਦੇ ਹਾਂ। ਇਹ ਡਾਕ ਪੇਟੀਆਂ ਸਾਡੇ ਮੁਹੱਲਿਆਂ ਵਿੱਚ ਅਤੇ ਡਾਕ ਘਰਾਂ ਦੇ ਬਾਹਰ ਲੱਗੀਆਂ ਹੁੰਦੀਆਂ ਹਨ। ਡਾਕ ਘਰ ਦੇ ਮੁਲਾਜ਼ਮ ਯਾਨੀ ਕਿ ਕੰਮ ਕਰਨ ਵਾਲੇ ਡਾਕ ਪੇਟੀ ਵਿੱਚੋਂ ਚਿੱਠੀਆਂ ਕੱਢ ਕੇ ਡਾਕ ਘਰ ਲੈ ਜਾਂਦੇ ਨੇ ਅਤੇ ਉੱਥੇ ਚਿੱਠੀਆਂ ਨੂੰ ਸ਼ਹਿਰਾਂ ਮੁਤਾਬਕ ਅਲੱਗ-ਅਲੱਗ ਕਰ ਲਿਆ ਜਾਂਦਾ ਹੈ। ਜਿਵੇਂ ਦਿੱਲੀ ਦੀਆਂ ਚਿੱਠੀਆਂ ਇੱਕ ਅਲੱਗ ਥਾਂ 'ਤੇ ਅਤੇ ਚੰਡੀਗੜ੍ਹ ਦੀਆਂ ਚਿੱਠੀਆਂ ਇੱਕ ਅਲੱਗ ਥਾਂ 'ਤੇ। ਫਿਰ ਉਹਨਾਂ ਨੂੰ ਝੋਲਿਆਂ ਵਿੱਚ ਪਾ ਕੇ, ਝੋਲੇ ਕੀ ਹੁੰਦੇ ਨੇ, ਬਸਤੇ, ਬੈਗ, ਝੋਲਿਆਂ ਵਿੱਚ ਪਾ ਕੇ ਬੱਸਾਂ, ਗੱਡੀਆਂ ਅਤੇ ਹਵਾਈ ਜਹਾਜ਼ਾਂ ਦੁਆਰਾ ਉਹਨਾਂ ਦੀ ਸਹੀ ਜਗ੍ਹਾ, ਸਹੀ ਸ਼ਹਿਰਾਂ ਵਿੱਚ ਭੇਜ ਦਿੱਤਾ ਜਾਂਦਾ ਹੈ। ਜਸਨੂਰ ਫਿਰ ਬਹੁਤ ਉਤਸੁਕ ਹੈ, ਉਸਦੇ ਅੰਦਰ ਜਾਣਨ ਦੀ ਬਹੁਤ ਜਿਗਿਆਸਾ ਹੈ। ਉਹ ਪੁੱਛਦਾ ਹੈ, ਪਰ ਇਹ ਸਾਡੇ ਤੱਕ ਕਿਵੇਂ ਪਹੁੰਚਦੀਆਂ ਹਨ? ਅੱਗੋਂ ਪਿਤਾ ਜੀ ਕੀ ਜਵਾਬ ਦਿੰਦੇ ਹਨ, ਹੌਸਲਾ ਰੱਖੋ, ਦੱਸ ਤਾਂ ਰਿਹਾ ਹਾਂ। ਇਸ ਤੋਂ ਬਾਅਦ ਇਹਨਾਂ ਝੋਲਿਆਂ ਨੂੰ ਅਲੱਗ-ਅਲੱਗ ਸ਼ਹਿਰਾਂ ਦੇ ਮੁਹੱਲਿਆਂ ਅਤੇ ਨਾਲ ਲੱਗਦੇ ਪਿੰਡਾਂ ਦੇ ਡਾਕ ਘਰਾਂ ਤੱਕ ਪਹੁੰਚਾਇਆ ਜਾਂਦਾ ਹੈ। ਫਿਰ ਉੱਥੇ ਡਾਕੀਏ ਉਹਨਾਂ ਚਿੱਠੀਆਂ ਨੂੰ ਝੋਲਿਆਂ ਵਿੱਚੋਂ ਕੱਢ ਕੇ ਅਲੱਗ-ਅਲੱਗ ਖਾਨਿਆਂ ਵਿੱਚ ਛਾਂਟ ਕੇ ਰੱਖਣ ਦਾ ਕੰਮ ਕਰਦੇ ਹਨ। ਇਸ ਨੂੰ ਚਿੱਠੀਆਂ ਛਾਂਟਣਾ ਕਿਹਾ ਜਾਂਦਾ ਹੈ। ਜਿਵੇਂ ਘੰਟਾ ਘਰ ਦੀਆਂ ਚਿੱਠੀਆਂ ਇੱਕ ਖਾਨੇ ਵਿੱਚ, ਗਾਂਧੀ ਨਗਰ ਦੀਆਂ ਚਿੱਠੀਆਂ ਇੱਕ ਖਾਨੇ ਵਿੱਚ। ਜਸਨੂਰ ਸਾਰੀਆਂ ਗੱਲਾਂ ਬਹੁਤ ਧਿਆਨ ਨਾਲ ਸੁਣਦਾ ਹੈ ਅਤੇ ਫਿਰ ਪਿਤਾ ਜੀ ਕੀ ਦੱਸਦੇ ਹਨ ਕਿ ਡਾਕੀਏ ਆਪਣੇ-ਆਪਣੇ ਇਲਾਕੇ ਦੀਆਂ ਚਿੱਠੀਆਂ ਲੈ ਜਾਂਦੇ ਹਨ ਅਤੇ ਉਹਨਾਂ ਦੇ ਉੱਪਰ ਲਿਖੇ ਪਤੇ ਵੇਖ ਕੇ ਉਹਨਾਂ ਨੂੰ ਸਹੀ ਟਿਕਾਣੇ 'ਤੇ, ਸਹੀ ਐਡਰੈਸ 'ਤੇ ਪਹੁੰਚਾ ਦਿੰਦੇ ਹਨ। ਇਸੇ ਤਰ੍ਹਾਂ ਹੀ ਤੁਹਾਡੇ ਚਾਚਾ ਜੀ ਦੀ ਚਿੱਠੀ ਸ਼ਿਮਲੇ ਤੋਂ ਲੁਧਿਆਣੇ ਸਾਡੇ ਤੱਕ ਪਹੁੰਚੀ ਹੈ। ਅੱਗੋਂ ਜਸਨੂਰ ਕੀ ਪੁੱਛਦਾ ਹੈ, ਪਾਪਾ, ਜਿਹੜੇ ਪੈਸੇ ਤੁਸੀਂ ਦਾਦੀ ਮਾਂ ਨੂੰ ਪਿੰਡ ਭੇਜਦੇ ਹੋ ਉਹ ਉਹਨਾਂ ਤੱਕ ਕਿਵੇਂ ਪਹੁੰਚਦੇ ਹਨ? ਪਿਤਾ ਜੀ ਜਵਾਬ ਦਿੰਦੇ ਹਨ ਕਿ ਬੇਟਾ, ਉਹ ਵੀ ਡਾਕ ਘਰ ਦੀ ਮਦਦ ਦੇ ਨਾਲ ਪਹੁੰਚਦੇ ਹਨ। ਡਾਕ ਘਰ ਚਿੱਠੀਆਂ ਪਹੁੰਚਾਉਣ ਤੋਂ ਇਲਾਵਾ ਹੋਰ ਵੀ ਕਈ ਕੰਮ ਕਰਦੇ ਹਨ, ਜਿਵੇਂ ਮਨੀ ਆਰਡਰ ਯਾਨੀ ਕਿ ਇੱਕ ਥਾਂ ਤੋਂ ਦੂਸਰੀ ਜਗ੍ਹਾ ਤੱਕ ਪੈਸੇ ਭੇਜਣੇ,
ਮਨੀ ਆਰਡਰ ਰਾਹੀਂ ਪੈਸੇ ਇੱਕ ਥਾਂ ਤੋਂ ਦੂਜੀ ਥਾਂ ਤੱਕ ਭੇਜੇ ਜਾਂਦੇ ਹਨ। ਚਿੱਠੀਆਂ ਵਾਂਗ ਡਾਕੀਏ ਮਨੀ ਆਰਡਰ ਰਾਹੀਂ ਪੈਸੇ ਇੱਕ ਥਾਂ ਤੋਂ ਦੂਜੀ ਥਾਂ 'ਤੇ ਦੇ ਕੇ ਆਉਂਦੇ ਹਨ। ਅੱਗੋਂ ਜਸਨੂਰ ਪੁੱਛਦਾ ਹੈ ਕਿ ਡਾਕਘਰ ਵਿੱਚ ਹੋਰ ਕੀ ਕੀ ਕੰਮ ਹੁੰਦੇ ਹਨ। ਪਿਤਾ ਜੀ ਕਹਿੰਦੇ ਹਨ, ਇਸ ਤੋਂ ਇਲਾਵਾ ਉਹ ਛੋਟਾ ਮੋਟਾ ਸਮਾਨ ਜਿਵੇਂ ਕਿਤਾਬਾਂ ਆਦਿ ਪਾਰਸਲ ਵੀ ਕਰਦੇ ਹਨ। ਫਿਰ ਤਾਂ ਜਸਨੂਰ ਕਹਿੰਦਾ ਹੈ ਕਿ ਡਾਕਘਰ ਬਹੁਤ ਮਹੱਤਵਪੂਰਨ ਜਗ੍ਹਾ ਹੈ। ਮਹੱਤਵਪੂਰਨ ਤਾਂ ਇਹ ਵਾਕਿਆ ਹੀ ਹੈ। ਤੁਹਾਡੇ ਗਿਆਨ ਵਿੱਚ ਵਾਧੇ ਲਈ ਦੱਸ ਦੇਵਾਂ ਕਿ ਡਾਕਘਰ ਵਿੱਚ ਬੱਚਤ ਖਾਤੇ ਵੀ ਖੋਲ੍ਹੇ ਜਾਂਦੇ ਹਨ। ਬੱਚਤ ਖਾਤੇ ਮਤਲਬ ਸੇਵਿੰਗ ਅਕਾਊਂਟ। ਜੋ ਪੈਸੇ ਅਸੀਂ ਬਚਾ ਲੈਂਦੇ ਹਾਂ ਉਸ ਤੋਂ ਅਸੀਂ ਬੱਚਤ ਖਾਤੇ ਖੁਲ੍ਹਾ ਸਕਦੇ ਹਾਂ। ਜਸਨੂਰ ਅੱਗੋਂ ਪੁੱਛਦਾ ਹੈ ਕਿ ਪਿਤਾ ਜੀ ਬੱਚਤ ਖਾਤੇ ਕੀ ਹੁੰਦੇ ਹਨ? ਪਿਤਾ ਜੀ ਜਵਾਬ ਦਿੰਦੇ ਹਨ ਕਿ ਬੱਚਤ ਖਾਤੇ ਡਾਕਘਰਾਂ ਵਿੱਚ ਖੋਲ੍ਹੇ ਜਾਂਦੇ ਹਨ। ਇਹਨਾਂ ਵਿੱਚ ਲੋਕ ਆਪਣੀ ਬੱਚਤ ਕੀਤੀ ਮਤਲਬ ਬਚਾਈ ਹੋਈ ਰਾਸ਼ੀ ਅਮਾਊਂਟ ਜਮ੍ਹਾਂ ਕਰਾਉਂਦੇ ਹਨ ਅਤੇ ਜ਼ਰੂਰਤ ਪੈਣ 'ਤੇ ਉਹਨਾਂ ਪੈਸਿਆਂ ਨੂੰ ਕਢਵਾ ਵੀ ਸਕਦੇ ਹਨ। ਅੱਗੋਂ ਜਸਨੂਰ ਕਹਿੰਦਾ ਹੈ ਕਿ ਪਾਪਾ ਫਿਰ ਤਾਂ ਮੇਰਾ ਬੱਚਤ ਖਾਤਾ ਵੀ ਤੁਸੀਂ ਖੁੱਲ੍ਹਵਾ ਹੀ ਦਿਓ, ਕਿਉਂਕਿ ਜਸਨੂਰ ਵੀ ਪੈਸੇ ਜਮ੍ਹਾਂ ਕਰਾਉਣਾ ਚਾਹੁੰਦਾ ਹੈ। ਅੱਗੋਂ ਪਿਤਾ ਜੀ ਕਹਿੰਦੇ ਨੇ ਕਿ ਹਾਂ ਜਸਨੂਰ, ਮੈਂ ਤੇਰਾ ਬੱਚਤ ਖਾਤਾ ਜ਼ਰੂਰ ਖੁੱਲ੍ਹਵਾ ਕੇ ਦਊਂਗਾ, ਪਰ ਪਹਿਲਾਂ ਤੂੰ ਕੀ ਕਰ, ਆਪਣੇ ਚਾਚਾ ਜੀ ਨੂੰ ਚਿੱਠੀ ਦਾ ਜਵਾਬ ਭੇਜ, ਉਸਨੂੰ ਲਿਫਾਫੇ ਵਿੱਚ ਪਾ ਅਤੇ ਉਸਦੇ ਉੱਤੇ ਉਹਨਾਂ ਦੇ ਘਰ ਦਾ ਐਡਰੈਸ ਲਿਖ, ਮਤਲਬ ਪਤਾ ਲਿਖ ਅਤੇ ਉੱਪਰ ਟਿਕਟ ਲਗਾ ਦੇ। ਇਹ ਸੁਣ ਕੇ ਜੋ ਜਸਨੂਰ ਹੈ ਉਹ ਖੁਸ਼ੀ ਖੁਸ਼ੀ ਆਪਣੇ ਚਾਚਾ ਜੀ ਨੂੰ ਚਿੱਠੀ ਲਿਖਣੀ ਸ਼ੁਰੂ ਕਰ ਦਿੰਦਾ ਹੈ। ਧੰਨਵਾਦ।